ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਿਓ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਸਿਉ ਮਨਮੁਖ ਅੜੈ, ਡੁੱਬੈ ਹਕ ਨਿਆਏ। ਇੱਕ ਵਿਚਾਰਾ ਭਲਾ ਲੋਕ ਗੁਰਮੁਖ ਸੀ। ਉਹ ਆਪਣੇ ਘਰੋਂ ਕਿਸੇ ਹੋਰ ਦੇਸ਼ ਨੂੰ ਗੁਰੂ ਤੀਰਥਾਂ ਦੇ ਦਰਸ਼ਨ ਕਰਨ ਵਾਸਤੇ ਤੁਰਿਆ ਤਾਂ ਇੱਕ ਮਨਮੁਖ ਵੀ ਉਸ ਦੇ ਨਾਲ ਹੋ ਪਿਆ। ਅੱਗੇ ਇੱਕ ਖੂਹ 'ਤੇ ਰਾਤ ਰਹਿਣ ਵਾਸਤੇ ਉਹਨਾਂ ਦੋਹਾਂ ਨੇ ਡੇਰਾ ਕੀਤਾ। ਜਦੋਂ ਗੁਰਮੁਖ ਖੂਹ ਵਿੱਚੋਂ ਪਾਣੀ ਕੱਢਣ ਲੱਗਾ ਤਾਂ ਮਨਮੁਖ ਨੇ ਉਸ ਨੂੰ ਧੱਕਾ ਦੇ ਦਿੱਤਾ ਅਤੇ ਉਸ ਦਾ ਸਾਰਾ ਅਸਬਾਬ ਲੈ ਕੇ ਤੁਰਦਾ ਹੋਇਆ। ਗੁਰਮੁਖ ਵਿਚਾਰਾ ਖੂਹ ਵਿੱਚ ਡਿੱਗਾ ਹੋਇਆ ਬੋਹੜ ਦੀ ਜੜ੍ਹ ਦੇ ਆਸਰੇ ਬੈਠਾ ਰਿਹਾ। ਉਸ ਬੋਹੜ ਦੇ ਉੱਪਰ ਪਿਛਲੀ ਰਾਤ ਨੂੰ ਦੇਵ ਤੇ ਸੱਪ ਗੱਲਾਂ ਕਰਨ ਲੱਗੇ। ਸੱਪ ਨੇ ਕਿਹਾ, ਹੇ ਦੇਵ, ਅੱਜ ਤੂੰ ਬਹੁਤ ਦਿਨਾਂ ਪਿੱਛੋਂ ਮਿਲਿਆ ਹੈ, ਕਿੱਥੇ ਰਹਿੰਦਾ ਹੈ? ਦੇਵ ਨੇ ਕਿਹਾ, ਮੈਂ ਇੱਕ ਰਾਜੇ ਦੀ ਪੁੱਤਰੀ ਵਿੱਚ ਰਹਿੰਦਾ ਹਾਂ। ਸੱਪ ਨੇ ਕਿਹਾ, ਉੱਥੋਂ ਤੈਨੂੰ ਕੋਈ ਕੱਢਦਾ ਨਹੀਂ? ਦੇਵ ਨੇ ਕਿਹਾ, ਬਥੇਰੇ ਜੰਤਰੀ ਮੰਤਰੀ ਆਉਂਦੇ ਹਨ, ਪਰ ਪੇਸ਼ ਕਿਸੇ ਦੀ ਨਹੀਂ ਜਾਂਦੀ, ਕਿਉਂਕਿ ਮੇਰੇ ਨਿਕਾਲਣ ਦੀ ਵਿਧੀ ਇੱਕੋ ਹੈ, ਸੋ ਕਿਸੇ ਨੂੰ ਪਤਾ ਨਹੀਂ ਹੈ। ਸੱਪ ਨੇ ਕਿਹਾ, ਉਹ ਕੀ ਹੈ? ਦੇਵ ਨੇ ਕਿਹਾ, ਗਰੜ ਦੀ ਬਿੱਠ ਦੀ ਧੂਣੀ ਜੇਕਰ ਮੈਨੂੰ ਮਿਲੇ ਤਾਂ ਮੈਂ ਨਿਕਲ ਸਕਦਾ ਹਾਂ, ਐਵੇਂ ਨਹੀਂ। ਫਿਰ ਦੇਵ ਨੇ ਪੁੱਛਿਆ, ਹੇ ਸੱਪ, ਤੂੰ ਕਿੱਥੇ ਰਹਿੰਦਾ ਹੈ? ਅੱਜ ਹੀ ਤੈਨੂੰ ਦੇਖਿਆ ਹੈ। ਸੱਪ ਨੇ ਕਿਹਾ, ਇੱਕ ਪੁਰਾਣਾ ਥੇਹ ਹੈ, ਉਸ ਵਿੱਚ 7 ਪਾਤਸ਼ਾਹਾਂ ਦਾ ਬਹੁਤ ਵੱਡਾ ਖਜ਼ਾਨਾ ਹੈ ਤੇ ਮੈਂ ਉੱਥੇ ਹੀ ਰਹਿੰਦਾ ਹਾਂ। ਦੇਵ ਨੇ ਕਿਹਾ, ਜੇ ਕਿਸੇ ਨੇ ਖਜ਼ਾਨਾ ਲੈਣਾ ਹੋਵੇ ਤਾਂ ਕਿਸ ਤਰ੍ਹਾਂ ਹੱਥ ਲੱਗੇ? ਸੱਪ ਨੇ ਕਿਹਾ, ਕਾਲੇ ਬੱਕਰੇ ਦਾ ਲਹੂ ਨਿਚਿੰਦੇ ਐਤਵਾਰ ਨੂੰ ਲੈ ਕੇ ਉਸ ਰੁੱਡ ਵਿੱਚ ਪਾਵੇ ਤਾਂ ਮੈਂ ਉੱਥੋਂ ਝਟਪਟ ਨਿਕਲ ਜਾਵਾਂ। ਇਹਨਾਂ ਦੋਹਾਂ ਦੀਆਂ ਗੱਲਾਂ ਸੁਣ ਕੇ ਗੁਰਮੁਖ ਨੇ ਯਾਦ ਕਰ ਲਈਆਂ। ਜਦ ਦਿਨ ਚੜ੍ਹਿਆ ਤਾਂ ਕਿਸੇ ਪੁਰਖ ਨੇ ਖੂਹ ਵਿੱਚ ਗੜਵੀ ਵਹਾਈ। ਗੁਰਮੁਖ ਨੇ ਉਹ ਗੜਵੀ ਪਕੜ ਲਈ। ਗੱਲ ਕੀ ਸੀ? ਗੁਰਮੁਖ ਬਾਹਰ ਆ ਗਿਆ ਤੇ ਗਰੜ ਦੀ ਬਿੱਠ ਲੈ ਕੇ ਰਾਜਾ ਦੇ ਮਹਿਲਾਂ ਹੇਠ ਹੌਕਾ ਜਾ ਦਿੱਤਾ ਕਿ ਜਿੰਨ ਭੂਤ ਸਾਇਆ ਸਪਾਇਆ ਸਭ ਦੂਰ ਕਰ ਸਕਦੇ ਹਾਂ। ਰਾਜਾ ਨੇ ਬੁਲਾ ਕੇ ਪੁੱਤਰੀ ਦਿਖਾਈ। ਗੁਰਮੁਖ ਨੇ ਝੱਟ ਧੂਣੀ ਦਿੱਤੀ ਤਾਂ ਦੇਵ ਨਿਕਲ ਗਿਆ ਤੇ ਰਾਜੇ ਦੀ ਪੁੱਤਰੀ ਰਾਜ਼ੀ ਹੋ ਗਈ। ਰਾਜਾ ਨੇ ਲੜਕੀ ਦਾ ਵਿਆਹ ਉਸੇ ਗੁਰਮੁਖ ਨਾਲ ਕਰ ਦਿੱਤਾ। ਤਦ ਗੁਰਮੁਖ ਰਾਜੇ ਦਾ ਜਵਾਈ ਬਣ ਕੇ ਰਹਿਣ ਲੱਗਾ ਤੇ ਰਾਜੇ ਨੂੰ ਭਗਤੀ ਦਾ ਉਪਦੇਸ਼ ਦੇ ਕੇ ਸਾਧੂਆਂ ਦੀ ਸੇਵਾ ਵਿੱਚ ਲਗਾ ਦਿੱਤਾ। ਜਦ ਮਨਮੁਖ ਨੂੰ ਪਤਾ ਲੱਗਾ ਕਿ ਰਾਜਾ ਸਾਧੂਆਂ ਦੀ ਬਹੁਤ ਸੇਵਾ ਕਰਦਾ ਹੈ, ਤਦ ਸਾਧੂ ਬਣ ਕੇ ਰਾਜੇ ਦੇ ਪਾਸ ਆ ਗਿਆ। ਗੁਰਮੁਖ ਨੇ ਉਸ ਨੂੰ ਪਛਾਣਿਆ ਤੇ ਮਨਮੁਖ ਨੇ ਵੀ ਗੁਰਮੁਖ ਨੂੰ ਪਛਾਣ ਲਿਆ। ਜਦ ਦੋਵੇਂ ਮਿਲੇ ਤਾਂ ਗੁਰਮੁਖ ਨੇ ਕਿਹਾ, ਤੂੰ ਆਪਣੇ ਮਨ ਵਿੱਚ ਕਿਸੇ ਪ੍ਰਕਾਰ ਦਾ ਡਰ ਨਾ ਰੱਖ ਤੇ ਉਸ ਦੀ ਬੜੀ ਖਾਤਰ ਤੇ ਰਾਜਾ ਪਾਸੋਂ ਵੀ ਉਸਨੇ ਬਹੁਤ ਸੇਵਾ ਕਰਾਈ। ਕੁਝ ਦਿਨਾਂ ਬਾਅਦ ਮਨਮੁਖ ਨੇ ਪੁੱਛਿਆ, ਤੂੰ ਇੱਥੇ ਕਿਸ ਤਰ੍ਹਾਂ ਪਹੁੰਚ ਗਿਆ? ਫਿਰ ਗੁਰਮੁਖ ਨੇ ਸਾਰਾ ਬ੍ਰਿਤਾਂਤ ਸੱਚ-ਸੱਚ ਸੁਣਾ ਦਿੱਤਾ। ਸਾਰਾ ਹਾਲ ਸੁਣ ਕੇ ਜਦੋਂ ਮਨਮੁਖ ਤੁਰਿਆ ਤਾਂ ਰਾਜਾ ਨੇ ਬਹੁਤ ਸਾਰਾ ਧਨ ਦਿੱਤਾ ਤੇ ਨਾਲ ਆਪਣਾ ਦੀਵਾਨ ਦਿੱਤਾ ਜੋ ਉਸ ਨੂੰ ਵਿਦਿਆ ਕਰ ਆਵੇ। ਜਦ ਮਨਮੁਖ ਧਨ ਲੈ ਕੇ ਤੁਰਿਆ ਤਾਂ ਦੀਵਾਨ ਨੇ ਪੁੱਛਿਆ, ਮਹਾਰਾਜ, ਤੁਸੀਂ ਬਾਦਸ਼ਾਹ ਦੇ ਜਵਾਤਰੇ ਦੇ ਕੀ ਲੱਗਦੇ ਹੋ? ਉਸ ਦੀ ਗੱਲ ਸੁਣ ਕੇ ਮਨਮੁਖ ਨੇ ਕਿਹਾ, ਦੱਸਣ ਵਾਲੀ ਗੱਲ ਤਾਂ ਨਹੀਂ, ਪਰ ਚਲੋ ਤੁਹਾਨੂੰ ਦੱਸ ਦਿੰਦਾ ਹਾਂ, ਲਓ ਸੁਣੋ। ਇਹ ਸਾਡੇ ਨਗਰ ਦਾ ਭੰਗੀ ਹੈ, ਇਸ ਵਾਸਤੇ ਇਸਨੇ ਮੇਰੀ ਇਤਨੀ ਖਾਤਰ ਕੀਤੀ ਹੈ।
ਜੋ ਪਰਦਾ ਨਾ ਫਾਸ਼ ਹੋਵੇ। ਦੀਵਾਨ ਸੁਣ ਕੇ ਹੈਰਾਨ ਹੋ ਗਿਆ ਤੇ ਸਾਰਾ ਬਿਰਤਾਂਤ ਰਾਜਾ ਨੂੰ ਜਾ ਕੇ ਕਹਿ ਦਿੱਤਾ। ਰਾਜਾ ਬੜਾ ਗੁੱਸੇ ਵਿੱਚ ਭਰ ਗਿਆ ਤੇ ਚਾਹਿਆ ਕਿ ਇਸ ਨੂੰ ਮਾਰ ਦਿੱਤਾ ਜਾਏ, ਪਰ ਰਾਜੇ ਦਾ ਵਜ਼ੀਰ ਬਹੁਤ ਸਿਆਣਾ ਸੀ। ਉਸਨੇ ਕਿਹਾ, ਦਰਿਆਫਤ ਕਰਕੇ ਮਾਰਨਾ ਚਾਹੀਦਾ, ਮਤਾ ਕੋਈ ਧੋਖਾ ਹੋਵੇ। ਤਦ ਗੁਰਮੁਖ ਤੋਂ ਪੁੱਛਿਆ ਕਿ ਇਸ ਪ੍ਰਕਾਰ ਬਾਤ ਸੁਣੀ ਹੈ, ਸੋ ਤੇਰਾ ਇਸ ਵਿੱਚ ਕੀ ਜਵਾਬ ਹੈ? ਗੁਰਮੁਖ ਨੇ ਕਿਹਾ, ਉਹ ਬਿਲਕੁਲ ਝੂਠਾ ਹੈ ਤੇ ਮੈਨੂੰ ਤੇਰੇ ਧਨ ਦੀ ਕੋਈ ਪਰਵਾਹ ਨਹੀਂ। 7 ਪਾਤਸ਼ਾਹੀਆਂ ਦਾ ਖਜ਼ਾਨਾ ਮੇਰੇ ਤਾਬਿਆ ਹੈ। ਬਾਦਸ਼ਾਹ ਨੇ ਕਿਹਾ, ਫਿਰ ਤੁਸੀਂ ਉਹ ਖਜ਼ਾਨਾ ਦਿਖਾਓ। ਤਦ ਗੁਰਮੁਖ ਬਾਦਸ਼ਾਹ ਨੂੰ ਨਾਲ ਲੈ ਕੇ ਉਸੇ ਥਾਂ ਤੇ ਗਿਆ ਅਤੇ ਕਾਲੇ ਬੱਕਰੇ ਦਾ ਲਹੂ ਉੱਥੇ ਪਾਇਆ ਤਾਂ ਸੱਪ ਉੱਥੋਂ ਚਲਾ ਗਿਆ। ਜਦੋਂ ਉਹ ਥਾਂ ਪੁਟਾਈ ਤਾਂ ਉੱਥੋਂ ਬੜਾ ਭਾਰੀ ਖਜ਼ਾਨਾ 7 ਬਾਦਸ਼ਾਹੀਆਂ ਦਾ ਦੇਖ ਕੇ ਰਾਜਾ ਬੜਾ ਪ੍ਰਸੰਨ ਹੋਇਆ ਤੇ ਸਾਰਾ ਰਾਜਕਾਜ ਗੁਰਮੁਖ ਨੂੰ ਸੌਂਪ ਕੇ ਆਪ ਆਨੰਦ ਲੈਣ ਲੱਗਾ। ਉਧਰ ਮਨਮੁਖ ਨੂੰ ਇਤਨਾ ਧਨ ਪਦਾਰਥ ਲੈ ਕੇ ਵੀ ਸਬਰ ਨਾ ਆਇਆ ਤੇ ਗੁਰਮੁਖ ਦੇ ਦੱਸੇ ਹੋਏ ਪਤੇ ਤੇ ਜਾ ਕੇ ਦਰਖਤ ਹੇਠਾਂ ਲੁਕ ਕੇ ਬੈਠਾ ਰਿਹਾ। ਜਦੋਂ ਪਿਛਲੀ ਰਾਤ ਹੋਈ ਤਾਂ ਸੱਪ ਅਤੇ ਦੇਵ ਫਿਰ ਇਕੱਠੇ ਹੋਏ ਤੇ ਆਪਸ ਵਿੱਚ ਗੱਲਾਂ ਕਰਨ ਲੱਗੇ। ਤਦ ਸੱਪ ਨੇ ਕਿਹਾ, ਅੱਗੇ ਜਦ ਅਸਾਂ ਗੱਲਾਂ ਕੀਤੀਆਂ ਸਨ ਤਦ ਕੋਈ ਆਦਮੀ ਸੁਣਦਾ ਰਿਹਾ ਸੀ, ਜਿਸ ਕਰਕੇ ਸਾਨੂੰ ਆਪਣਾ ਥਾਂ ਛੱਡਣਾ ਪਿਆ ਹੈ। ਹੁਣ ਵੀ ਦੇਖ ਲਈਏ ਕੋਈ ਸੁਣਦਾ ਨਾ ਹੋਵੇ। ਸੱਪ ਨੇ ਕਿਹਾ, ਇੱਕ ਆਦਮੀ ਸੰਧਿਆ ਨੂੰ ਮੈਂ ਇੱਥੇ ਦੇਖਿਆ ਤਾਂ ਸੀ, ਖਬਰੇ ਹੁਣ ਹੈ ਕਿ ਨਹੀਂ। ਜਦ ਦੇਵ ਉਤਰ ਕੇ ਦੇਖਣ ਲੱਗਾ ਤਾਂ ਉਹਨਾਂ ਨੇ ਮਨਮੁਖ ਬੈਠਾ ਹੋਇਆ ਲੱਭ ਲਿਆ। ਉਸੇ ਵੇਲੇ ਫੜ ਕੇ ਦੇਵ ਨੇ ਮਨਮੁਖ ਨੂੰ ਚੀਰ ਸੁੱਟਿਆ। ਸੋ ਸਾਧ ਸੰਗਤ ਜੀ, ਇਸ ਕਹਾਣੀ ਦਾ ਤਾਤਪਰਿਆ ਇਹ ਹੈ ਕਿ ਜੋ ਪੁਰਸ਼ ਭਲਾ ਕਰਦੇ ਹਨ ਉਹਨਾਂ ਦਾ ਭਲਾ ਜ਼ਰੂਰ ਹੁੰਦਾ ਹੈ, ਪਰ ਵਿੱਚ ਜੋ ਦਬ ਦਰੇੜ ਆ ਜਾਂਦੀ ਹੈ, ਇਸ ਲਈ ਭਲਾ ਕਰਨ ਵੇਲੇ ਅਧਿਕਾਰੀ ਸੋਚ ਲੈਣਾ ਚਾਹੀਦਾ। ਗੁਰਮੁਖ ਸਿਉ ਮਨਮੁਖ ਅੜੈ, ਡੁੱਬੈ ਹੱਕ ਨਿਆਏ। ਮਨਮੁਖ ਮਨੁੱਖ ਗੁਰਮੁਖ ਨਾਲ ਖੈਬੜਦਾ ਹੈ। ਕਰਤਾਰ ਦੇ ਸੱਚੇ ਨਿਆਂ ਅਨੁਸਾਰ ਉਹ ਸੰਸਾਰ ਸਮੁੰਦਰ ਵਿੱਚ ਡੁੱਬਦਾ ਹੈ। ਭਾਵ ਵਿਕਾਰਾਂ ਦੀਆਂ ਲਹਿਰਾਂ ਵਿੱਚ ਉਸ ਦੀ ਜ਼ਿੰਦਗੀ ਦੀ ਬੇੜੀ ਗਰਕ ਹੋ ਜਾਂਦੀ ਹੈ। ਦੋਹਾਂ ਸਿਰਿਆ ਆਪੇ ਖਸਮ, ਵੇਖਿਆ ਕਰ ਵਿਉ ਪਾਏ। ਪਰ ਕਿਸੇ ਨੂੰ ਦੋਸ਼ ਨਹੀਂ ਦਿੱਤਾ ਜਾ ਸਕਦਾ ਕਿ ਗੁਰਮੁਖ ਤੇ ਕੀ ਮਨਮੁਖ ਦੋਹੀਂ ਪਾਸੀਂ ਖਸਮ ਪ੍ਰਭੂ ਆਪ ਸਿਰ ਤੇ ਖਲੋਤਾ ਹੋਇਆ ਹੈ, ਆਪ ਹੀ ਨਿਰਣਾ ਕਰਕੇ ਵੇਖ ਰਿਹਾ ਹੈ। ਕੂਕਰ ਕੂੜ ਕਮਾਈਐ, ਗੁਰ ਨਿੰਦਾ ਪਚੈ ਪਛਾਣ। ਭਰਮੇ ਭੂਲਾ ਦੁਖ ਘਣੋ, ਜਮ ਮਾਰ ਕਰੈ ਖੁਲਹਾਣ। ਮਨਮੁਖ ਸੁਖ ਨਾ ਪਾਈਐ, ਗੁਰਮੁਖ ਸੁਖ ਸੁਭਾਨ। ਜਿਹੜਾ ਮਨੁੱਖ ਆਪਣੇ ਲੋਭੀ ਮਨ ਦੇ ਪਿੱਛੇ ਤੁਰਦਾ ਹੈ, ਉਹ ਕੁੱਤਿਆਂ ਵਾਂਗ ਬੁਰਕੀ ਬੁਰਕੀ ਵਾਸਤੇ ਦਰ ਦਰ ਤੇ ਖੁਆਰ ਹੁੰਦਾ ਹੈ। ਉਹ ਸਦਾ ਮਾਇਆ ਵਾਲੀ ਦੌੜ ਭੱਜ ਹੀ ਕਰਦਾ ਹੈ। ਇੱਥੋਂ ਤੱਕ ਨਿੱਘਰਦਾ ਹੈ ਕਿ ਗੁਰੂ ਦੀ ਨਿੰਦਿਆ ਵਿੱਚ ਹਰ ਵੇਲੇ ਖੁਆਰ ਹੁੰਦਾ ਹੈ। ਮਾਇਆ ਵਾਲੀ ਭਟਕਣਾ ਵਿੱਚ ਕੁਰਾਹੇ ਪੈਂਦਾ ਹੈ, ਬਹੁਤ ਦੁੱਖ ਪਾਉਂਦਾ ਹੈ। ਆਖਰ ਜਮਰਾਜ ਉਸ ਨੂੰ ਬੁੱਝੀ ਮਾਰ ਮਾਰ ਕੇ ਭੌ ਕਰ ਦਿੰਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਕਦੇ ਸੁੱਖ ਨਹੀਂ ਪਾਉਂਦਾ, ਪਰ ਗੁਰੂ ਦੀ ਸ਼ਰਨ ਪਿਆ ਅਸਚਰਜ ਆਤਮਕ ਆਨੰਦ ਮਿਲਦਾ ਹੈ। ਮਨਮੁਖ ਮੈਲੇ ਮਲ ਭਰੇ, ਹਉਮੈ ਤ੍ਰਿਸ਼ਨਾ ਵਿਕਾਰ। ਬਿਨ ਸ਼ਬਦੈ ਮੈਲ ਨਾ ਉਤਰੈ, ਮਰ ਜਮੈ ਹੋਏ ਖੁਆਰ। ਧਾਤੁਰ ਬਾਜੀ ਪਲਚ ਰਹੇ, ਨਾ ਉਰਵਾਰ ਨਾ ਪਾਰ। ਗੁਰਮੁਖ ਜਪ ਤਪ ਸੰਜਮੀ, ਹਰ ਕੈ ਨਾਮ ਪਿਆਰ। ਗੁਰਮੁਖ ਸਦਾ ਧਿਆਈਐ, ਏਕ ਨਾਮ ਕਰਤਾਰ। ਨਾਨਕ ਨਾਮ ਧਿਆਈਐ, ਸਭਨਾ ਜੀਆਂ ਕਾ ਆਧਾਰ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਮਲੀਨ ਮਨ ਰਹਿੰਦੇ ਹਨ, ਵਿਕਾਰਾਂ ਦੀ ਮੈਲ ਨਾਲ ਲਿਬੜੇ ਰਹਿੰਦੇ ਹਨ। ਉਹਨਾਂ ਦੇ ਅੰਦਰ
ਹਉਮੈ ਤੇ ਲਾਲਚ ਦਾ ਰੋਗ ਟਿਕਿਆ ਰਹਿੰਦਾ ਹੈ। ਇਹ ਮੈਲ ਗੁਰੂ ਦੇ ਸ਼ਬਦ ਤੋਂ ਬਿਨਾਂ ਨਹੀਂ ਉਤਰਦੀ। ਸ਼ਬਦ ਤੋਂ ਬਿਨਾਂ ਆਤਮਿਕ ਮੌਤ ਸਹੇੜ ਕੇ ਖੁਆਰ ਹੋ ਕੇ ਜਨਮ ਮਰਨ ਦੇ ਗੇੜ ਵਿੱਚ ਪਏ ਰਹਿੰਦੇ ਹਨ। ਉਹ ਇਸ ਨਾਸ਼ਵੰਤ ਜਗਤ ਖੇਡ ਵਿੱਚ ਫਸੇ ਰਹਿੰਦੇ ਹਨ। ਇਸ ਵਿੱਚੋਂ ਉਹਨਾਂ ਨੂੰ ਨਾ ਉਰਲਾ ਬੰਨਾ ਲੱਭਦਾ ਹੈ, ਨਾ ਪਰਲਾ ਬੰਨਾ। ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਹ ਸਿਮਰਨ ਕਰਦਾ ਹੈ, ਉਹ ਸੇਵਾ ਕਰਦਾ ਹੈ, ਉਹ ਆਪਣੇ ਆਪ ਨੂੰ ਵਿਕਾਰਾਂ ਵੱਲੋਂ ਬਚਾਈ ਰੱਖਦਾ ਹੈ। ਉਹ ਪਰਮਾਤਮਾ ਦੇ ਨਾਮ ਵਿੱਚ ਪਿਆਰ ਪਾਉਂਦਾ ਹੈ। ਗੁਰੂ ਦੀ ਸ਼ਰਨ ਪੈ ਕੇ ਸਦਾ ਕਰਤਾਰ ਦੇ ਨਾਮ ਨੂੰ ਸਿਮਰਨਾ ਚਾਹੀਦਾ ਹੈ। ਹੇ ਨਾਨਕ, ਪਰਮਾਤਮਾ ਦਾ ਨਾਮ ਹੀ ਸਿਮਰਨਾ ਚਾਹੀਦਾ ਹੈ। ਪਰਮਾਤਮਾ ਦਾ ਨਾਮ ਸਭ ਜੀਵਾਂ ਦੀ ਜ਼ਿੰਦਗੀ ਦਾ ਆਸਰਾ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।